ਇੱਕ ਗਰੀਬ ਪਰਿਵਾਰ ਜੋ ਕਿ ਬਹੁਤ ਹੀ ਮੁਸ਼ਕਲਾਂ 'ਚ ਘਿਰਿਆ ਹੋਇਆ ਸੀ, ਉਹਨਾਂ ਨੂੰ ਆਪਣੀਆਂ ਮੁਸ਼ਕਲਾਂ ਦਾ ਕੋਈ ਹੱਲ ਨਹੀਂ ਲੱਭ ਰਿਹਾ ਸੀ। ਫਿਰ ਉਹਨਾਂ ਦੇ ਆਂਢ ਗੁਆਂਢ 'ਚੋਂ ਕੋਈ ਕਿਸੇ ਆਸ਼ਰਮ ਵਿੱਚ ਜਾਂਦਾ ਸੀ। ਉਹਨਾਂ ਨੇ ਕਿਹਾ ਤੁਸੀਂ ਵੀ ਆਸ਼ਰਮ 'ਚ ਜਾਇਆ ਕਰੋ ਔਰ ਤੁਹਾਡਾ ਭਲਾ ਹੋ ਜਾਵੇਗਾ, ਉੱਥੇ ਜਾ ਕੇ ਸੇਵਾ ਕਰਵਾਇਆ ਕਰੋ। ਤਾਂ ਜਿਹੜਾ ਗਰੀਬ ਪਰਿਵਾਰ ਸੀ, ਉਸ ਦੀ ਔਰਤ ਔਰ ਉਸ ਦੀ ਲੜਕੀ ਉਸ ਪੜੋਸਣ ਨਾਲ ਉਸ ਆਸ਼ਰਮ 'ਚ ਜਾਣਾ ਸ਼ੁਰੂ ਕਰ ਦਿੰਦੀਆਂ ਨੇ। ਕਾਫੀ ਦੇਰ ਤੱਕ ਉਹ ਆਸ਼ਰਮ ਵਿੱਚ ਰਹਿੰਦੀਆਂ, ਉੱਥੇ ਸੇਵਾ ਕਰਦੀਆਂ ਔਰ ਆਸ਼ਰਮ ਦੇ ਸੰਚਾਲਕ ਜਿਹੜੇ ਸੀ ਉਹ ਉਹਨਾਂ ਨੂੰ ਦੁਨੀਆਦਾਰੀ ਦਾ ਪਾਠ ਪੜ੍ਹਾਉਂਦੇ, ਦੱਸਦੇ ਕਿ ਕਿਸ ਤਰ੍ਹਾਂ ਤੁਹਾਡੀਆਂ ਮੁਸੀਬਤਾਂ ਦੂਰ ਹੋ ਜਾਣਗੀਆਂ। ਇਹ ਸਿਲਸਿਲਾ ਇਸੇ ਤਰੀਕੇ ਨਾਲ ਚੱਲਦਾ ਰਿਹਾ। ਉਹ ਪੜੋਸਣ ਇੱਕ ਦੋ ਦਿਨ ਛੱਡ ਕੇ ਮਾਵਾਂ ਧੀਆਂ ਨੂੰ ਨਾਲ ਲੈ ਕੇ ਜਾਂਦੀ ਅਤੇ ਇਕੱਠੇ ਹੀ ਉਹ ਸੇਵਾ ਕਰਕੇ ਵਾਪਸ ਆ ਜਾਂਦੇ। ਇਹ ਸਿਲਸਿਲਾ ਇਸੇ ਤਰੀਕੇ ਨਾਲ ਚੱਲਦਾ ਰਿਹਾ। ਆਸ਼ਰਮ ਵਿੱਚ ਕੰਮ ਕਰਨ ਵਾਲੇ ਬਹੁਤ ਸਾਰੇ ਲੋਕ ਸੀ, ਸੇਵਾਦਾਰ ਸੀ, ਸੇਵਾਦਾਰਨੀਆਂ ਸੀ। ਇੱਕ ਦਿਨ ਕੀ ਹੁੰਦਾ ਹੈ ਕਿ ਪੜੋਸਣ ਦੀ ਤਬੀਅਤ ਖਰਾਬ ਹੋ ਜਾਂਦੀ ਹੈ ਔਰ ਲੜਕੀ ਜਿਹੜੀ ਹੈ ਉਹ ਜਵਾਨ ਹੈ ਔਰ ਉਹਦੀ ਮਾਂ ਵੀ ਬਿਮਾਰ ਪੈ ਜਾਂਦੀ ਹੈ। ਲੇਕਿਨ ਉਹਦੀ ਮਾਂ ਆਪਣੀ ਲੜਕੀ ਨੂੰ ਕਹਿੰਦੀ ਹੈ ਕਿ ਅੱਜ ਅਸੀਂ ਦੋਵੇਂ ਨਹੀਂ ਜਾ ਸਕਦੀਆਂ ਅਤੇ ਤੂੰ ਅੱਜ ਆਸ਼ਰਮ ਚਲੀ ਜਾ। ਮਾਂ ਦੀ ਗੱਲ ਮੰਨ ਕੇ ਲੜਕੀ ਆਸ਼ਰਮ ਵਿੱਚ ਚਲੀ ਜਾਂਦੀ ਹੈ। ਉਸ ਦਿਨ ਛੁੱਟੀ ਦਾ ਦਿਨ ਹੁੰਦਾ ਹੈ ਔਰ ਜਿਸ ਵੇਲੇ ਉਹ ਆਸ਼ਰਮ ਵਿੱਚ ਦਾਖਲ ਹੁੰਦੀ ਹੈ, ਉਹ ਆਲੇ ਦੁਆਲੇ ਦੇਖਦੀ ਹੈ ਕਿ ਇੰਨੇ ਸਾਰੇ ਸੇਵਾਦਾਰ ਇੱਥੇ ਹੁੰਦੇ ਸੀ, ਲੇਕਿਨ ਉਸ ਦਿਨ ਉਸਨੂੰ ਉੱਥੇ ਕੋਈ ਸੇਵਾਦਾਰ ਨਜ਼ਰ ਨਹੀਂ ਆਉਂਦਾ। ਉਹ ਘਬਰਾਉਂਦੀ ਨਹੀਂ, ਉਹਦੇ ਮਨ ਵਿੱਚ ਕੋਈ ਡਰ ਭੈ ਨਹੀਂ ਹੁੰਦਾ। ਉਹ ਆਸ਼ਰਮ ਦੇ ਅੰਦਰ ਚਲੀ ਜਾਂਦੀ ਹੈ ਔਰ ਆਸ਼ਰਮ ਦੇ ਜਿਹੜੇ ਸੰਚਾਲਕ ਨੇ ਉਹ ਜਿਸ ਵੇਲੇ ਆਪਣੇ ਕਮਰੇ 'ਚੋਂ ਬਾਹਰ ਆਉਂਦੇ ਨੇ ਤਾਂ ਉਹ ਲੜਕੀ ਉਹਨਾਂ ਨੂੰ ਸਵਾਲ ਪੁੱਛਦੀ ਹੈ ਕਿ ਅੱਜ ਇੱਥੇ ਕੋਈ ਸੇਵਕ ਜਾਂ ਤੁਹਾਡਾ ਕਰਮਚਾਰੀ ਦਿਖ ਨਹੀਂ ਰਿਹਾ। ਉਹਨਾਂ ਕਿਹਾ ਕਿ ਕੁਝ ਕਰਮਚਾਰੀ ਛੁੱਟੀ 'ਤੇ ਨੇ ਔਰ ਆਸ਼ਰਮ ਦੀਆਂ ਜਿਹੜੀਆਂ ਸੇਵਕਾਵਾਂ ਨੇ ਉਹ ਕਿਸੇ ਦੀ ਮਦਦ ਕਰਨ ਵਾਸਤੇ ਗਈਆਂ ਹੋਈਆਂ ਨੇ, ਕਿਸੇ ਨੂੰ ਜ਼ਰੂਰਤ ਸੀ ਅਤੇ ਉਹ ਵੀ ਜਲਦ ਹੀ ਵਾਪਸ ਪਰਤ ਆਉਣਗੀਆਂ। ਰੋਜ਼ ਦੀ ਤਰ੍ਹਾਂ ਉਹ ਲੜਕੀ ਸਾਫ਼ ਸਫਾਈਆਂ ਸ਼ੁਰੂ ਕਰ ਦਿੰਦੀ ਹੈ, ਬਹੁਤ ਸਾਰੇ ਉੱਥੇ ਦੇ ਕੰਮ ਉਹ ਕਰਨ ਲੱਗ ਪੈਂਦੀ ਹੈ। ਲੇਕਿਨ ਉਸ ਸੰਚਾਲਕ ਵੱਲੋਂ ਲੜਕੀ ਨੂੰ ਕਿਹਾ ਜਾਂਦਾ ਹੈ ਕਿ ਬਹੁਤ ਕੰਮ ਕਰਨ ਦੀ ਜ਼ਰੂਰਤ ਨਹੀਂ ਹੈ, ਕਾਫੀ ਸਾਰਾ ਕੰਮ ਹੋ ਚੁੱਕਾ ਹੈ ਔਰ ਬਾਅਦ ਦੇ ਵਿੱਚ ਸੇਵਕਾਵਾਂ ਆ ਕੇ ਆਪਣੇ ਆਪ ਕੰਮ ਕਰ ਲੈਣਗੀਆਂ, ਤੂੰ ਜ਼ਰਾ ਮੇਰੇ ਕੋਲ ਬੈਠ। ਬੇਝਿਜਕ ਉਹ ਲੜਕੀ ਉਸ ਸੰਚਾਲਕ ਕੋਲ ਬੈਠ ਜਾਂਦੀ ਹੈ ਅਤੇ ਉਹ ਉਸ ਨਾਲ ਗੱਲਾਂ ਬਾਤਾਂ ਮਾਰਨੀਆਂ ਸ਼ੁਰੂ ਕਰ ਦਿੰਦਾ ਹੈ। ਹੋਰ ਗੱਲਾਂ ਕਰਦੇ ਕਰਦੇ ਉਹ ਪਿਆਰ ਮੁਹੱਬਤ ਦੀਆਂ ਗੱਲਾਂ ਲੜਕੀ ਨਾਲ ਕਰਨ ਲੱਗ ਜਾਂਦਾ ਹੈ ਔਰ ਲੜਕੀ ਹੱਥ ਜੋੜ ਕੇ ਬੈਠੀ ਰਹਿੰਦੀ ਹੈ ਔਰ ਹੌਲੀ ਹੌਲੀ ਕਰਕੇ ਉਹ ਲੜਕੀ ਦੇ ਨਜ਼ਦੀਕ ਆਉਣਾ ਸ਼ੁਰੂ ਹੋ ਜਾਂਦਾ ਹੈ। ਉਸ ਨੂੰ ਟੱਚ ਕਰਦਾ ਹੈ, ਉਹਦੇ ਸਿਰ 'ਤੇ ਹੱਥ ਰੱਖਦਾ ਹੈ, ਪਿਆਰ ਭਰੀਆਂ ਗੱਲਾਂ ਉਸ ਨਾਲ ਕਰਨੀਆਂ ਸ਼ੁਰੂ ਕਰ ਦਿੰਦਾ ਹੈ। ਹੌਲੀ ਹੌਲੀ ਕਰਕੇ ਉਹ ਲੜਕੀ ਨੂੰ ਦਬੋਚਣਾ ਸ਼ੁਰੂ ਕਰ ਦਿੰਦਾ ਹੈ ਔਰ ਪੂਰੀ ਤਾਕਤ ਨਾਲ ਉਹ ਉਸ ਨੂੰ ਆਪਣੇ ਕਮਰੇ ਵਿੱਚ ਲੈ ਕੇ ਜਾਂਦਾ ਹੈ, ਕੁੰਡੀ ਬੰਦ ਕਰ ਲੈਂਦਾ ਹੈ ਅਤੇ ਉਹਦੇ ਕੱਪੜੇ ਉਤਾਰਨੇ ਸ਼ੁਰੂ ਕਰ ਦਿੰਦਾ ਹੈ। ਲੜਕੀ ਚੀਕਣ ਦੀ ਕੋਸ਼ਿਸ਼ ਕਰਦੀ ਹੈ ਲੇਕਿਨ ਉਸ ਸੰਚਾਲਕ ਵੱਲੋਂ ਲੜਕੀ ਦਾ ਮੂੰਹ ਬੰਦ ਕਰ ਦਿੱਤਾ ਜਾਂਦਾ ਹੈ, ਉਹਦੇ ਹੱਥਾਂ ਨੂੰ ਬੰਨ੍ਹ ਦਿੱਤਾ ਜਾਂਦਾ ਹੈ ਔਰ ਬੜੀ ਬੇਦਰਦੀ ਨਾਲ ਉਹ ਉਹਦੀ ਅਜ਼ਮਤ ਨਾਲ ਖੇਡਦਾ ਹੈ, ਉਹਦੇ ਸਰੀਰ ਨੂੰ ਤਾਰ-ਤਾਰ ਕਰ ਦਿੰਦਾ ਹੈ। ਉਸ ਦਾ ਬਲਾਤਕਾਰ ਸੰਚਾਲਕ ਵੱਲੋਂ ਕੀਤਾ ਜਾਂਦਾ ਹੈ। ਇੱਕ ਤੋਂ ਜ਼ਿਆਦਾ ਵਾਰ ਉਹ ਉਸ ਨਾਲ ਬਲਾਤਕਾਰ ਕਰਦਾ ਹੈ। ਜਿਸ ਵੇਲੇ ਉਹ ਬਲਾਤਕਾਰ ਕਰ ਹਟਦਾ ਹੈ ਤਾਂ ਉਸ ਦੇ ਮਨ ਵਿੱਚ ਖਿਆਲ ਆਉਂਦਾ ਹੈ ਕਿ ਜੇ ਇਸ ਲੜਕੀ ਨੇ ਬਾਹਰ ਜਾ ਕੇ ਕੁਝ ਦੱਸ ਦਿੱਤਾ ਤਾਂ ਮੇਰਾ ਕੀ ਬਣੇਗਾ। ਬਹੁਤ ਸੋਚ ਕੇ ਔਰ ਡਰ ਕਾਰਨ ਉਹ ਉਸ ਲੜਕੀ ਦਾ ਕਤਲ ਕਰ ਦਿੰਦਾ ਹੈ ਔਰ ਉਹਦੀ ਲਾਸ਼ ਨੂੰ ਦੋ ਟੁਕੜੇ ਕਰਕੇ ਇੱਕ ਥੈਲੇ ਵਿੱਚ ਪਾ ਕੇ ਆਪਣੇ ਮੋਟਰਸਾਈਕਲ 'ਤੇ ਰੱਖ ਲੈਂਦਾ ਹੈ ਅਤੇ ਦੂਰ ਜਾ ਕੇ ਕਿਸੇ ਖੇਤ ਵਿੱਚ ਉਹਦੀ ਲਾਸ਼ ਸੁੱਟ ਦਿੰਦਾ ਹੈ। ਲੜਕੀ ਦੇ ਘਰਦਿਆਂ ਵੱਲੋਂ ਗੁੰਮਸ਼ੁਦਗੀ ਦੀ ਰਿਪੋਰਟ ਲਿਖਾਈ ਜਾਂਦੀ ਹੈ। ਆਸ਼ਰਮ ਦੇ ਸੰਚਾਲਕ ਨਾਲ ਗੱਲ ਕੀਤੀ ਜਾਂਦੀ ਹੈ। ਉਹ ਮੁੱਕਰ ਹੀ ਜਾਂਦਾ ਹੈ ਕਿ ਲੜਕੀ ਉੱਥੇ ਆਈ ਸੀ ਕਿਉਂਕਿ ਉੱਥੇ CCTV ਕੈਮਰੇ ਨਹੀਂ ਸੀ ਲੱਗੇ ਹੋਏ। ਜਦੋਂ ਪੁਲਿਸ ਆਪਣੀ ਤਫਤੀਸ਼ ਕਰਦੀ ਹੈ ਤਾਂ ਆਲੇ ਦੁਆਲੇ ਦੇ ਏਰੀਏ ਨੂੰ ਛਾਨਣਾ ਸ਼ੁਰੂ ਕੀਤਾ ਜਾਂਦਾ ਹੈ ਤਾਂ ਇੱਕ ਖੇਤਾਂ ਵਿੱਚੋਂ ਕੁੜੀ ਦੀ ਕਟੀ ਹੋਈ ਲਾਸ਼ ਥੈਲੇ ਵਿੱਚੋਂ ਬਰਾਮਦ ਹੋ ਜਾਂਦੀ ਹੈ। ਉਸ ਤੋਂ ਬਾਅਦ ਫਿਰ
ਆਸ਼ਰਮ ਦੇ ਸੰਚਾਲਕ ਨੂੰ ਫੜ ਕੇ ਲਿਆਂਦਾ ਜਾਂਦਾ ਹੈ ਔਰ ਕਾਫੀ ਪੁੱਛਗਿੱਛ ਤੋਂ ਬਾਅਦ ਉਹ ਸਾਰੀ ਗੱਲ ਮੰਨ ਜਾਂਦਾ ਹੈ। ਦੋਸਤੋ, ਹਮੇਸ਼ਾ ਹਰ ਜਗ੍ਹਾ ਐਸਾ ਨਹੀਂ ਹੁੰਦਾ, ਲੇਕਿਨ ਸਾਨੂੰ ਹਮੇਸ਼ਾ ਸਤਰਕ ਰਹਿਣ ਦੀ ਜ਼ਰੂਰਤ ਹੁੰਦੀ ਹੈ। ਵਿਸ਼ਵਾਸ ਸਭ ਤੇ ਕਰੋ, ਲੇਕਿਨ ਅੰਧ ਵਿਸ਼ਵਾਸ ਕਿਸੇ ਤੇ ਨਹੀਂ ਕਰਨਾ ਚਾਹੀਦਾ। ਬਸ ਇੰਨੀ ਕਿਸੇ ਗੱਲ ਜਿਹੜੀ ਤੁਹਾਡੇ ਨਾਲ ਸਾਂਝੀ ਕੀਤੀ।